ਹੈਲੋ ਨਰਸਿੰਗ ਆਫੀਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫੀਸਰਸ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ BFUHS ਦੇ ਰਿਮੇਨਿੰਗ ਕੁਐਸਚਨਸ ਦੇ ਬਾਰੇ। ਸੋ ਚੱਲਦੇ ਹਾਂ ਆਪਾਂ ਫਰਸਟ ਕੁਐਸਚਨ ਦੇ ਨਾਲ। ਦ ਪੋਸਟ ਪ੍ਰੋਸੀਜਰ ਨਰਸਿੰਗ ਇੰਟਰਵੈਂਸ਼ਨ ਫॉर ਇਲੈਕਟ੍ਰੋਕਨਵਲਸਿਵ ਥੈਰੇਪੀ ਇਨਕਲੂਡ ਵਿਚ ਆਫ ਦ ਫੋਲੋਇੰਗ? ਆਪਸ਼ਨ A expecting long term memory loss, option B remaining with the client until oriented, option C applying hard restraint if seizure occur, option D expecting client to sleep for 4 to 6 hours। ਸੋ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਕਿ ਕਿਸੇ ਪੇਸ਼ੈਂਟ ਦੀ ECT ਹੋਈ ਹੈ ਤੇ ਅਸੀਂ ਪੋਸਟ ਪ੍ਰੋਸੀਜਰ ਜੋ ਸਟਾਫ ਹੈ ਉਹ ਕਿਹੜੀ ਇੰਟਰਵੈਂਸ਼ਨ ਇਹਨਾਂ ਵਿੱਚੋਂ ਫੋਲੋ ਕਰੇਗਾ। ECT ਹੈ ਕਿ ECT ਕੀ ਹੈ? ਇਲੈਕਟ੍ਰੋਕਨਵਲਸਿਵ ਥੈਰੇਪੀ। ਇਸ 'ਚ ਇੱਕ ਇੰਪੋਰਟੈਂਟ ਕੁਐਸਚਨ ਬਣਿਆ ਸੀ ਜਿਹੜਾ ਕਿ ਪ੍ਰੀਵੀਅਸ ਈਅਰ 'ਚ ਪੁੱਛਿਆ ਗਿਆ ਸੀ ਕਿ ECG ਕਿਸਨੇ ਡਿਸਕ੍ਰਾਈਬ ਕੀਤੀ ਸੀ। ECG is introduced by Hugo Carletti and Lucio Vini in the year 1938। ਇਹਨੂੰ ਸਿੰਪਲ ਆਪਾਂ ਯਾਦ ਕਰ ਸਕਦੇ ਹਾਂ, ਕਾਰਲੇਟੀ ਐਂਡ ਵਿਨੀ। ਕਾਰਲੇਟੀ ਤੇ ਵਿਨੀ ਨੇ ਕਰੀ ਸੀ in 1938। ECT ਵਿੱਚ ਹੁੰਦਾ ਕੀ ਹੈ ਕਿ it is a therapy in which electrodes are placed on the temporal bone and through which the current is passed to the brain, ਜਿਸ ਦੇ ਨਾਲ ਕੀ ਹੁੰਦਾ ਹੈ ਕਿ ਗ੍ਰੈਂਡ ਮਲ ਸੀਜ਼ਰ ਪ੍ਰੋਡਿਊਸ ਹੁੰਦੇ ਨੇ, ਸ਼ੋਰਟ ਪੀਰੀਅਡ ਲਈ ਪ੍ਰੋਡਿਊਸ ਹੁੰਦੇ ਆ। ਸੋ ECT ਦੇ ਵਿੱਚ ਹੁੰਦਾ ਕੀ ਹੈ ਕਿ ਦੋ ਇਲੈਕਟ੍ਰੋਡ ਜੋ ਟੈਂਪੋਰਲ ਰੀਜਨ ਹੁੰਦਾ ਹੈ ਉੱਥੇ ਅਪਲਾਈ ਕੀਤੀਆਂ ਜਾਂਦੀਆਂ ਨੇ, ਜਿਸ ਦੇ ਥਰੂ ਕਰੰਟ ਪਾਸ ਕੀਤਾ ਜਾਂਦਾ ਹੈ ਤੇ ਜਿਸ ਦੇ ਨਾਲ ਸੀਜ਼ਰਸ ਆਪਾਂ ਆਰਟੀਫੀਸ਼ੀਅਲੀ ਇੰਡਿਊਸ ਕਰਦੇ ਆ ਪੇਸ਼ੈਂਟ ਫॉर ਸ਼ੋਰਟ ਪੀਰੀਅਡ। ECT ਯੂਨੀਲੇਟਰਲ ਵੀ ਹੋ ਸਕਦੀ ਹੈ, ਬਾਈਲੇਟਰਲ ਵੀ ਹੋ ਸਕਦੀ ਹੈ। ਯੂਨੀਲੇਟਰਲ ਚ ਕੀ ਹੁੰਦਾ ਹੈ ਕਿ ਇੱਕ ਸਾਈਡ ਤੇ ਆਪਾਂ ਇਲੈਕਟ੍ਰੋਡ ਪਲੇਸ ਕਰਦੇ ਆ ਤੇ ਬਾਈਲੇਟਰਲ ਚ ਬੋਥ ਸਾਈਡਸ ਤੇ ਲੈਫਟ ਐਂਡ ਰਾਈਟ। ਤੇ ਇਸ ਚ ਮੋਸਟ ਇੰਪੋਰਟੈਂਟ ਕੁਐਸਚਨ ਕਈ ਵਾਰ ਪੁੱਛਦੇ ਆ ਐਗਜ਼ਾਮੀਨਰ ਕਿ ECT ਦੀ ਇੰਡੀਕੇਸ਼ਨ ਕੀ ਹੈ। ਸੋ ਇੰਡੀਕੇਸ਼ਨ ਆਪਾਂ ਦੇਖਣੀ ਹੈ ਸ਼ਿਜ਼ੋਫਰੇਨੀਆ, ਸੀਵੀਅਰ ਡਿਪਰੈਸ਼ਨ ਚ ਦਿੰਨੇ ਆਪਾਂ, ਜਾਂ ਮੇਜਰ ਡਿਪਰੈਸ਼ਨ, ਮੇਨੀਆ, ਜਾਂ ਜਿਸ ਪੇਸ਼ੈਂਟ ਦਾ ਕੋਈ ਰਿਸਪੌਂਸ ਨਹੀਂ ਹੈਗਾ ਟ੍ਰੀਟਮੈਂਟਸ ਦੇ ਲਈ, ਅਦਰ ਟ੍ਰੀਟਮੈਂਟਸ ਦੇ ਲਈ ਜੋ ਮੈਡੀਕਲ ਮੈਨੇਜਮੈਂਟ ਆਪਾਂ ਕਰਦੇ ਆ, ਜਾਂ ਫਿਰ ਸੁਸਾਈਡਲ ਪੇਸ਼ੈਂਟ ਹੈ, ਜਾਂ ਫਿਰ ਐਕਿਊਟ ਕੈਟਾਟੋਨੀਆ ਜਾਂ ਸੀਵੀਅਰ ਕੈਟਾਟੋਨੀਆ, ਜਿਸ ਵਿੱਚ ਕੀ ਹੁੰਦਾ ਕਿ ਜੋ ਪੇਸ਼ੈਂਟ ਹੈ ਇੱਕ ਸਟੂਪਰ ਜੀ ਸਟੇਟ ਚ ਬੈਠ ਜਾਂਦਾ ਹੈ, ਜਿਸ ਦਾ ਮਤਲਬ ਪੂਅਰ ਫੀਡਿੰਗ ਹੋਈ ਜਾਂ ਇਨਟੇਕ ਹੈ ਹੀ ਨਹੀਂ ਪੇਸ਼ੈਂਟ ਦੀ। ਸੋ ਮੇਜਰ ਜੋ ਇੰਡੀਕੇਸ਼ਨ ਹੈ ਸੀਵੀਅਰ ਡਿਪਰੈਸ਼ਨ ਹੈ। ਇਸ ਇੱਕ ਹੋਰ ਕੁਐਸਚਨ ਪੁੱਛਿਆ ਗਿਆ ਸੀ ਜੋ ਲਾਸਟ 4 ਅਗਸਤ ਨੂੰ PJ ਦਾ ਐਂਟਰੈਂਸ ਹੋਇਆ ਸੀ ਕਿ ECT ਦੀ ਕੰਟਰਾ ਇੰਡੀਕੇਸ਼ਨ ਕੀ ਹੈ। ਕੰਟਰਾ ਇੰਡੀਕੇਸ਼ਨ ECT ਦੀ ਹੈ ਇਨਕਰੀਜ਼ਡ ਇੰਟਰਾਕ੍ਰੇਨੀਅਲ ਪ੍ਰੈਸ਼ਰ। ਜਦੋਂ ਵੀ ਇਨਕਰੀਜ਼ਡ ਇੰਟਰਾਕ੍ਰੇਨੀਅਲ ਪ੍ਰੈਸ਼ਰ ਕਿਸ ਡਿਜ਼ੀਜ਼ ਚ ਹੋਏਗਾ? ਜਦੋਂ ਵੀ ਕੋਈ ਬ੍ਰੇਨ ਦਾ ਡਿਸਆਰਡਰ ਹੋਏਗਾ। ਸੋ ਬ੍ਰੇਨ ਟਿਊਮਰ ਜਾਂ ਅਦਰ ਕੰਡੀਸ਼ਨਸ ਜੋ ਕਿ ICP ਇਨਕਰੀਜ਼ ਕਰਦੀਆਂ ਨੇ ਉਹਨਾਂ ਵਿੱਚ ਆਪਾਂ ECT ਨਹੀਂ ਦਿੰਦੇ। ਤੇ ਇਸ ਚ ਇੱਕ ਕਰੰਟ ਤੇ ਡਿਊਰੇਸ਼ਨ ਪੁੱਛ ਲੈਂਦੇ ਆ, ਠੀਕ ਹੈ। ਕਰੰਟ ਆਪਾਂ ਕਿੰਨਾ ਪਾਸ ਕਰਦੇ ਆ? 70 to 120 ਵੋਲਟਸ। ਤੇ ਕਿੰਨੇ ਟਾਈਮ ਲਈ ਪਾਸ ਕਰਦੇ ਆ? 0.7 to 1.5 ਸੈਕਿੰਡ ਲਈ, 0.7 to 1.5 ਸੈਕਿੰਡ। ਤੇ ਫ੍ਰੀਕੁਐਂਸੀ ਕੀ ਹੈ? ECT ਆਪਾਂ ਮਤਲਬ ਕਿੰਨੀ ਵਾਰ ਪੇਸ਼ੈਂਟ ਨੂੰ ਦੇ ਸਕਦੇ ਆ? ਆਪਾਂ ਇੱਕ ਵੀਕ ਵਿੱਚ 3 ਵਾਰ ਦੇ ਸਕਦੇ ਆ। ਸੋ 3 times a week। ਤੇ ਟੋਟਲ ਨੰਬਰ ਆਫ ECT ਆਪਾਂ ਕਿੰਨੀ ਦੇ ਸਕਦੇ ਆ? 6 to 10 ਹੁੰਦੀ ਹੈ, ਬਟ ਆਪਾਂ ਇਨਕਰੀਜ਼ ਕਰ ਸਕਦੇ ਆ ਅਪ ਟੂ 25 ਅਗਰ ਪੇਸ਼ੈਂਟ ਦੀ ਕੰਡੀਸ਼ਨ ਨਹੀਂ ਇੰਪਰੂਵ ਹੋ ਰਹੀ ਹੈ। ਤੇ ECT ਦੀ ਜੋ ਕੇਅਰ ਹੈ ਇਸ ਵਿੱਚ ਆਪਾਂ 3 ਟਾਈਪ ਨਾਲ ਕਰਦੇ ਆ ਕਿ ਨਰਸਿੰਗ ਕੇਅਰ ਬਿਫੋਰ ECT, ਡਿਊਰਿੰਗ ECT ਐਂਡ ਪੋਸਟ ECT। तो बिफोर ECT क्या है कि एक्सप्लेन करना है, पेशेंट को कंसेंट लेना है ते फूड जो फ्लूइड या फूड है वो ਆਪਾਂ ਵਿਦਹੋਲਡ ਕਰਦੇ ਆ 6 to 8 ਆਵਰਸ, ਠੀਕ ਹੈ, ਤਾਂ ਕਿ ਐਸਪੀਰੇਸ਼ਨ ਨਾ ਹੋਏ ਪੇਸ਼ੈਂਟ ਨੂੰ। ਜੋ ਵੀ ਗਲਾਸਿਸ ਹੈ, ਡੈਂਚਰ ਹੈ, ਹੀਅਰਿੰਗ ਏਡਸ ਹੈ ਜਾਂ ਜੋ ਵੀ ਮੈਟਲ ਇਨਸਟਰੂਮੈਂਟ ਹੈ ਉਹ ਆਪਾਂ ਰਿਮੂਵ ਕਰਦੇ ਆ ਪੇਸ਼ੈਂਟ ਦੇ, ਕਿਉਂਕਿ ਆਪਾਂ ਕਰੰਟ ਪਾਸ ਕਰਨਾ ਹੈ। ਤੇ ਆਪਾਂ ਪੇਸ਼ੈਂਟ ਨੂੰ ਬੋਲਦੇ ਆ ਕਿ ਵੋਇਡ ਕਰਕੇ ਆਏ, ਮਤਲਬ यूरिन पास करके आए बिफोर ट्रीटमेंट। फ्री ऑफ मेडिकेशन देंदे आ ਉਹਨਾਂ ਨੂੰ ग्लाइकोपाइरोलेट या फिर एट्रोपिन। ਇਹ ਵੀ क्वेश्चन बहुत बार पूछा गया है। एट्रोपिन ਆਪਾਂ ਕਿਉਂ ਦਿੰਦੇ ਆ ECT ਚ? टू डिक्रीज द सिक्रीशंस, ताकि सिक्रीशंस ਘੱਟ ਹੋਏ ਤੇ ਐਸਪੀਰੇਸ਼ਨ ਦੇ ਚਾਂਸਸ ਘੱਟ ਹੋਣ। ਨੈਕਸਟ ਡਿਊਰਿੰਗ ECT ਨਰਸਿੰਗ ਰਿਸਪੌਂਸਿਬਿਲਿਟੀ ਉਹ ਕੀ ਹੈ? ਡਿਊਰਿੰਗ ECT ਕੀ BP ਕਫ ਇਨਫਲੇਟ ਕਰਨਾ ਹੈ ਤੇ ਪਲਸ ਆਕਸੀਮੀਟਰ ਲਗਾਉਣਾ ਹੈ, BP ਮੋਨੀਟਰ ਕਰਨਾ ਹੈ, ਮੈਡੀਕੇਸ਼ਨ ਦੇਣੀ ਹੈ ਜਿਵੇਂ ਕਿ ਸ਼ਾਰਟ ਐਕਟਿੰਗ ਐਨੈਸਥੈਟਿਕ ਦਿੰਦੇ ਆ, ਮਸਲ ਰਿਲੈਕਸੈਂਟ ਦਿੰਦੇ ਆ। ਮਸਲ ਰਿਲੈਕਸੈਂਟ ਕਿਹੜਾ ਦਿੰਦੇ ਆ ਆਪਾਂ? ਸੈਕਸੀਨਾਈਲ ਕੋਲਾਈਨ। ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ। ਸੈਕਸੀਨਾਈਲ ਕੋਲਾਈਨ ਆਪਾਂ ਬਾਈਟ ਬਲੌਕ ਦਿੰਦੇ ਆ ਤਾਂ ਕਿ ਜੋ ਟੰਗ ਬਾਈਟ ਵਗੈਰਾ ਨਾ ਹੋਏ। ਤੇ ਆਪਾਂ 100% ਆਕਸੀਜਨ ਦਿੰਦੇ ਆ ਡਿਊਰਿੰਗ ECT, ਠੀਕ ਹੈ। ਨੈਕਸਟ ਪੋਸਟ ECT ਕੇਅਰ ਹੈ ਜਿਹੜੀ ਸਾਨੂੰ क्वेश्चन ਵਿੱਚ ਪੁੱਛੀ ਗਈ ਹੈ। पोस्ट ECT केयर, पोस्ट ECT की केयर की है? Remain with the patient until the patient is awake, give frequent orientation and vitals monitor ਕਰਨੇ ਆ patient ਦੇ ਤੇ gag reflex check ਕਰਨਾ ਹੈ। ਹੁਣ ਚੱਲਦੇ ਆਪਾਂ क्वेश्चन ਤੇ। I hope ਤੁਹਾਨੂੰ ਇਹ ਸਾਰੀ ECT ਸਮਝ ਆ ਗਈ ਹੋਏਗੀ ਕਿਉਂਕਿ ਇਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਸ ਵਿੱਚੋਂ ਹਮੇਸ਼ਾ ਹੀ ਕੁਐਸਚਨ ਪੁੱਛੇ ਗਏ ਨੇ ਤੇ ਇਸ ਦੇ ਹਰ ਪਾਰਟ ਵਿੱਚ ਕੁਐਸਚਨ ਬਣਦਾ ਹੈ, ਠੀਕ ਹੈ। ਚੱਲਦੇ ਆਪਾਂ ਕੁਐਸਚਨ ਦੀ ਤਰਫ। ਸੋ ਪੋਸਟ ਪ੍ਰੋਸੀਜਰ ਇੰਟਰਵੈਂਸ਼ਨ ਇਹਨਾਂ ਵਿੱਚੋਂ ਸਾਡੀ ਕੀ ਹੋਏਗੀ? ਆਪਸ਼ਨ
ऑप्शन बी रिमेनिंग विद द क्लाइंट अंटिल ओरिएंटेड। सो ਆਪਾਂ ਜਦੋਂ ਤੱਕ ਪੇਸ਼ੈਂਟ ओरिएंटेड ਨਹੀਂ ਹੁੰਦਾ ਉਦੋਂ ਤੱਕ ਆਪਾਂ ਪੇਸ਼ੈਂਟ ਦੇ ਨਾਲ ਰਹਿਣਾ। ਹੁਣ ਆਪਾਂ ਬਾਕੀ ਆਪਸ਼ਨ ਵੀ ਡਿਸਕਸ ਕਰਦੇ ਹਾਂ, ਜਿਵੇਂ ਕਿ ਇਹ ਆਪਸ਼ਨ ਹੈ ਐਕਸਪੈਕਟਿੰਗ ਲੌਂਗ ਟਰਮ ਮੈਮਰੀ ਲੋਸ। ਇਹ ਆਪਸ਼ਨ ਰੋਂਗ ਹੈ, ਲੌਂਗ ਟਰਮ ਮੈਮਰੀ ਲੋਸ ਨਹੀਂ ਹੁੰਦਾ ਪੇਸ਼ੈਂਟ ਨੂੰ, ਸ਼ਾਰਟ ਟਰਮ ਮੈਮਰੀ ਲੋਸ ਹੁੰਦਾ ਹੈ। ਠੀਕ ਹੈ, ਨੈਕਸਟ ਕੀ ਹੈ ਸੀ ਆਪਸ਼ਨ ਚ ਅਪਲਾਈਂਗ ਹਾਰਡ ਰੀਸਟੇਨ ਇਫ ਦਾ ਸੀਜ਼ਰ ਅਕਰ। ਆਪਾਂ ਤਾਂ ਸੀਜ਼ਰ ਇੰਡਿਊਸ ਕਰ ਰਹੇ ਹਾਂ ਤੇ ਰੀਸਟੇਨ ਆਪਾਂ ਕਦੀ ਵੀ ਨਹੀਂ ਕਰਨਾ ਹੁੰਦਾ ਜਦੋਂ ਪੇਸ਼ੈਂਟ ਨੂੰ ਸੀਜ਼ਰ ਹੋਣ। ਨੈਕਸਟ ਕੀ ਹੈ ਐਕਸਪੈਕਟਿੰਗ ਦਾ ਕਲਾਇੰਟ ਟੂ ਸਲੀਪ ਫॉर 4 to 6 ਆਵਰਸ। ਯੂਜ਼ਲੀ ਪੇਸ਼ੈਂਟ ਜੋ 5 to 10 ਮਿੰਟਸ ਦੇ ਵਿੱਚ ਅਵੇਕ ਹੋ ਜਾਂਦਾ ਹੈ। ਸੋ ਇਹ ਵੀ ਆਪਸ਼ਨ ਸਾਡੀ ਰੋਂਗ ਹੋ ਗਈ। ਸੋ ਸਾਡੀ ਰਾਈਟ ਆਪਸ਼ਨ ਕਿਹੜੀ ਹੈ? ਆਪਸ਼ਨ ਬੀ ਰਿਮੇਨਿੰਗ ਵਿਦ ਦਾ ਕਲਾਇੰਟ ਅੰਟਿਲ ओरिएंटेड। ਸੋ ਚੱਲਦੇ ਹਾਂ ਹੁਣ ਆਪਾਂ ਨੈਕਸਟ ਕੁਐਸਚਨ ਤੇ। ਦ ਮੋਸਟ ਐਕੂਰੇਟ ਡਿਸਕ੍ਰਿਪਸ਼ਨ ਦ ਨਰਸ ਕੁਡ ਗਿਵ ਅ ਕੋਲੀਗ ਅਬਾਊਟ ਦਾ ਥਾਇਰਾਇਡ ਸਕੈਨ ਇਜ਼ that option A assist in differentiating between primary and secondary hypothyroidism, option B demonstrate increase uptake of radioactive iodine in the area of possible malignancy, option C demonstrate describe a decreased uptake of radioactive iodine in the area of possible malignancy, option D measure the effect of TSH on the thyroid function। क्वेश्चन विच की पूछा गया है? थायराइड स्कैन ਦੇ ਬਾਰੇ ਪੁੱਛਿਆ ਗਿਆ ਹੈ। थायराइड स्कैन ਦੀ ਕਰੈਕਟ ਇੰਡੀਕੇਸ਼ਨ ਜਾਂ ਥਾਇਰੋਇਡ ਸਕੈਨ ਹੈ ਕੀ? ਥਾਇਰੋਇਡ ਸਕੈਨ ਕਰਦੇ ਆ ਪੋਸੀਬਲ ਏਰੀਆ ਆਫ ਮੈਲਿਗਨੈਂਸੀ ਦੇਖਣ ਲਈ। ਸੋ ਇਸ ਵਿੱਚ ਕੀ ਹੁੰਦਾ ਹੈ ਕਿ ਇੱਕ ਆਇਓਡੀਨੇਟਡ ਟੈਬਲੇਟ ਜਾਂ ਰੇਡੀਓ ਐਕਟਿਵ ਆਇਓਡੀਨ ਆਪਾਂ ਦਿੰਦੇ ਆ ਪੇਸ਼ੈਂਟ ਨੂੰ। ਇਹ ਆਈਵੀ ਵੀ ਦੇ ਸਕਦੇ ਆ ਤੇ ਓਰਲ ਰੂਟ ਦੇ ਥਰੂ ਵੀ ਦੇ ਸਕਦੇ ਆ। ਠੀਕ ਹੈ, ਜਿਸ ਚ ਕੀ ਹੁੰਦਾ ਫਿਰ ਉਸ ਤੋਂ ਬਾਅਦ ਪੇਸ਼ੈਂਟ ਦਾ ਸਕੈਨ ਕੀਤਾ ਜਾਂਦਾ ਹੈ। ਜੇ ਆਪਾਂ ਓਰਲ ਰੂਟ ਦੇ ਥਰੂ ਦੇਣੀ ਹੁੰਦੀ ਹੈ ਤਾਂ ਆਪਾਂ 6 to 24 ਆਵਰਸ ਪਹਿਲਾਂ ਪੇਸ਼ੈਂਟ ਨੂੰ ਦੇ ਦਿੰਦੇ ਆ ਤੇ ਨੈਕਸਟ ਡੇ ਪੇਸ਼ੈਂਟ ਨੂੰ ਬੁਲਾਉਂਦੇ ਆ ਤੇ ਠੀਕ ਹੈ ਫਿਰ ਸਕੈਨ ਹੁੰਦਾ ਹੈ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਜੋ ਰੇਡੀਓ ਐਕਟਿਵ ਆਇਓਡੀਨ ਹੁੰਦੀ ਹੈ, ਜੋ ਮੈਲਿਗਨੈਂਟ ਸੈਲਸ ਹੁੰਦੇ ਨੇ ਉਹ ਇਹਨਾਂ ਨੂੰ ਜਲਦੀ ਰੀਅਬਜ਼ੌਰਬ ਕਰਦੇ ਨੇ। ਠੀਕ ਹੈ, ਇਸ ਨਾਲ ਕੀ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਕਿੱਥੇ ਮੈਲਿਗਨੈਂਟ ਸੈੱਲ ਨੇ। ਸੋ ਇਸ ਦਾ ਰਾਈਟ ਆਨਸਰ ਕੀ ਹੋਇਆ? ਆਪਸ਼ਨ ਬੀ ਡੈਮੋਸਟ੍ਰੇਟ ਦਾ ਇਨਕਰੀਜ਼ ਅਪਟੇਕ ਆਫ ਰੇਡੀਓ ਐਕਟਿਵ ਆਇਓਡੀਨ ਇਨ ਦਾ ਏਰੀਆ ਆਫ ਪੋਸੀਬਲ ਮੈਲਿਗਨੈਂਸੀ। ਹੁਣ ਆਪਾਂ ਅਦਰ ਆਪਸ਼ਨ ਵੀ ਡਿਸਕਸ ਕਰ ਲੈਂਦੇ ਆ। ਜੋ ਇਹ ਆਪਸ਼ਨ ਸੀਗੀ ਉਹਦੇ ਵਿੱਚ ਕੀ ਸੀਗਾ? ਅਸਿਸਟ ਇਨ ਡਿਫਰੈਂਸ਼ੀਏਟਿੰਗ ਬਿਟਵੀਨ ਪ੍ਰਾਇਮਰੀ ਐਂਡ ਸੈਕੰਡਰੀ ਹਾਈਪੋਥਾਇਰੋਇਡਿਜ਼ਮ। ਜਿਹੜਾ ਪ੍ਰਾਇਮਰੀ ਤੇ ਸੈਕੰਡਰੀ ਹਾਈਪੋਥਾਇਰੋਇਡਿਜ਼ਮ ਇਹ ਕਿਵੇਂ ਹੁੰਦਾ ਹੈ? ਪ੍ਰਾਇਮਰੀ ਮਤਲਬ ਕਿ ਥਾਇਰੋਇਡ 'ਚ ਹੀ ਕੋਈ ਦਿੱਕਤ ਹੈ। ਠੀਕ ਹੈ, ਮੀਨਸ ਕਿ T3 ਤੇ T4 ਦਾ ਲੈਵਲ ਘੱਟ ਹੈ ਤੇ TSH ਜੋ ਹੈ ਉਹ ਨਾਰਮਲ ਹੈ। ਠੀਕ ਹੈ, ਪਿਟਿਊਟਰੀ ਤੋਂ TSH ਸਿਕਰੀਟ ਹੋ ਰਿਹਾ ਹੈ ਬਟ T3 ਤੇ T4 ਦਾ ਲੈਵਲ ਫਿਰ ਵੀ ਘੱਟ ਆ ਰਿਹਾ ਹੈ ਤੇ ਇਟ ਮੀਨਸ ਕਿ ਥਾਇਰੋਇਡ ਗਲੈਂਡ 'ਚ ਕੋਈ ਪ੍ਰੋਬਲਮ ਹੈ। ਡਿਊ ਟੂ ਆਟੋਇਮਿਊਨ ਡਿਸਆਰਡਰ ਥਾਇਰੋਇਡ ਗਲੈਂਡ ਜਾਂ ਡੈਮੇਜ ਹੋ ਗਿਆ ਕਰਕੇ ਉਸਦੀ ਇਨਐਪਰੋਪ੍ਰੀਏਟ ਸਿਕ੍ਰੀਸ਼ਨ ਹੋ ਰਹੀ ਹੈ। ਤੇ ਸੈਕੰਡਰੀ ਹਾਈਪੋਥਾਇਰੋਇਡਿਜ਼ਮ ਕੀ ਹੈ ਕਿ ਥਾਇਰੋਇਡ ਗਲੈਂਡ ਨਾਰਮਲ ਹੈ ਬਟ ਜੋ ਪਿਟਿਊਟਰੀ ਜਾਂ ਹਾਈਪੋਥੈਲਮਸ 'ਚ ਦਿੱਕਤ ਹੈ, ਮੀਨਸ ਕਿ TSH ਜਾਂ TRH 'ਚ ਦਿੱਕਤ ਹੈ, T3 ਤੇ T4 ਦਾ ਲੈਵਲ ਉਸ ਕਰਕੇ ਘੱਟ ਹੈ। ਪ੍ਰਾਇਮਰੀ मतलब थायराइड च दिक्कत है, सेकेंडरी मतलब जो पिट्यूटरी या हाइपोथैलेमस च कोई दिक्कत है। सो पिट्यूटरी या हाइपोथैलेमस च दिक्कत की होएगा सेकेंडरी च कि जो TSH दा लेवल है वो नॉर्मल भी हो सकता है या डिक्रीज हो सकता है। ते जदों थायराइड च दिक्कत है मतलब प्राइमरी हाइपोथायराइडिज्म है, प्राइमरी च की होएगा कि T3 ते T4 दा लेवल डिक्रीज होएगा बट TSH दा लेवल इंक्रीज्ड होएगा। ठीक है, ते जदों सेकेंडरी हाइपोथायराइडिज्म होएगा उदों T3 ते T4 दा लेवल डिक्रीज होएगा, TSH नॉर्मल भी हो सकता है या फिर TSH ਦਾ ਲੈਵਲ ਬਹੁਤ ਡਿਕਰੀਜ਼ ਹੋਏਗਾ। ਸੋ ਇਹ ਸਾਨੂੰ ਕਿਸ ਚੀਜ਼ ਤੋਂ ਪਤਾ ਲੱਗੇਗਾ? ਇਸ ਦੇ ਲਈ ਆਪਾਂ TFT ਤੋਂ ਸਾਨੂੰ ਇਹ ਪਤਾ ਲੱਗ ਜਾਏਗਾ। ਠੀਕ ਹੈ, ਜੋ ਥਾਇਰਾਇਡ ਫੰਕਸ਼ਨ ਟੈਸਟ ਹੈ ਉਸ ਵਿੱਚ ਕੀ ਹੁੰਦਾ ਹੈ? T3 T4 ਦਾ ਲੈਵਲ ਤੇ TSH ਦਾ ਲੈਵਲ ਸਾਨੂੰ ਪਤਾ ਲੱਗਦਾ ਹੈ। ਸੋ ਉਸ ਟੈਸਟ ਦੇ ਥਰੂ ਆਪਾਂ ਪ੍ਰਾਇਮਰੀ ਤੇ ਸੈਕੰਡਰੀ ਹਾਈਪੋਥਾਇਰੋਇਡਿਜ਼ਮ ਦਾ ਪਤਾ ਲਗਾ ਸਕਦੇ ਹਾਂ। ਨੈਕਸਟ ਕੀ ਹੈ? ਆਪਸ਼ਨ ਸੀ ਡੈਮੋਸਟ੍ਰੇਟ ਡਿਕਰੀਜ਼ਡ ਅਪਟੇਕ ਆਫ ਰੇਡੀਓ ਐਕਟਿਵ ਆਇਓਡੀਨ ਇਨ ਦਾ ਏਰੀਆ ਆਫ ਪੋਸੀਬਲ ਮੈਲਿਗਨੈਂਸੀ। ਸੋ ਇਹ ਵੀ ਆਪਸ਼ਨ ਸਾਡੀ ਰੋਂਗ ਹੋ ਗਈ ਕਿਉਂਕਿ ਇੱਥੇ ਮੈਲਿਗਨੈਂਟ ਸੈੱਲ ਹੋਣਗੇ ਉੱਥੇ ਜ਼ਿਆਦਾ ਐਬਜ਼ੌਰਪਸ਼ਨ ਹੋਏਗੀ ਨਾ ਕਿ ਘੱਟ। ਸੋ ਇਸ ਵਿੱਚ ਸਾਨੂੰ ਘੱਟ ਐਬਜ਼ੌਰਪਸ਼ਨ ਬੋਲਿਆ ਗਿਆ ਹੈ। ਸੋ ਇਹ ਵੀ ਆਪਸ਼ਨ ਸਾਡੀ ਰੋਂਗ ਹੋ ਗਈ। ਨੈਕਸਟ ਕੀ ਹੈ? ਮੇਜ਼ਰ ਦਾ ਇਫੈਕਟ ਆਫ TSH ਔਨ ਦਾ ਥਾਇਰੋਇਡ ਫੰਕਸ਼ਨ। ਸੋ TSH ਦਾ ਇਫੈਕਟ ਥਾਇਰੋਇਡ ਫੰਕਸ਼ਨ ਤੇ ਆਪਾਂ ਕਿਸ ਦੇ ਥਰੂ ਦੇਖ ਸਕਦੇ ਹਾਂ? TFT ਦੇ ਥਰੂ। ਠੀਕ ਹੈ, ਥਾਇਰੋਇਡ ਫੰਕਸ਼ਨ ਟੈਸਟ ਦੇ ਥਰੂ। ਉਸ ਵਿੱਚ ਸਾਨੂੰ TSH T3 T4 ਦਾ ਲੈਵਲ ਪਤਾ ਲੱਗ ਜਾਏਗਾ। ਸੋ ਇਸ ਦੀ ਰਾਈਟ ਆਪਸ਼ਨ ਹੈ ਆਪਸ਼ਨ ਬੀ ਡੈਮੋਸਟ੍ਰੇਟ ਇਨਕਰੀਜ਼ ਅਪਟੇਕ ਆਫ ਰੇਡੀਓ ਐਕਟਿਵ ਆਇਓਡੀਨ ਇਨ ਦਾ ਏਰੀਆ ਆਫ ਪੋਸੀਬਲ ਮੈਲਿਗਨੈਂਸੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। A client who is gravida 4 para 2 is admitted to a labor and delivery unit. A nurse performs a vaginal examination and determines that the client's cervix is 6 cm dilated, 75% effaced and at +1 station. So based on the nurse assessment, in which stage of labor is this client? Option A first phase latent stage, option B first stage active phase, option C first stage transition phase, option D first phase active stage। ਸਾਡੇ ਕੋਲ ਕਲਾਇੰਟ ਕੀ ਹੈ? ਗ੍ਰੈਵਿਡਾ 4 ਹੈ ਤੇ ਪੈਰਾ 2
ਹੈ, ਮੀਨਸ G4P2। ਸੋ ਆਪਾਂ ਨੂੰ ਪਤਾ ਹੈ ਇਸ ਵਿੱਚ ਸਾਨੂੰ ਪੁੱਛਿਆ ਕੀ ਗਿਆ ਹੈ ਕਿ ਕਿਹੜੀ ਸਟੇਜ ਹੈ ਤੇ ਕਿਹੜਾ ਫੇਸ ਚੱਲ ਰਿਹਾ ਹੈ। ਸੋ ਸਾਨੂੰ ਪਤਾ ਹੈ ਲੇਬਰ ਦੀਆਂ 4 ਸਟੇजेस ਹੁੰਦੀਆਂ ਨੇ, ਫਰਸਟ ਸਟੇਜ, ਸੈਕੰਡ ਸਟੇਜ ਐਂਡ ਫੋਰਥ ਸਟੇਜ। ਜੋ ਫਰਸਟ ਸਟੇਜ ਹੈ ਉਸ ਵਿੱਚ ਕੀ ਹੁੰਦਾ ਹੈ ਕਿ ਜੋ ਡਾਇਲੇਸ਼ਨ ਹੁੰਦੀ ਹੈ ਸਰਵਿਕਸ ਦੀ 0 to 10 ਸੈਂਟੀਮੀਟਰ। ਸੋ 10 ਸੈਂਟੀਮੀਟਰ ਦੇ ਸਰਵਿਕਸ ਫੁੱਲੀ ਡਾਇਲੇਟ ਹੋ ਜਾਂਦਾ ਹੈ। ਨੈਕਸਟ ਜੋ ਸੈਕੰਡ ਸਟੇਜ ਹੈ ਉਹ ਸ਼ੁਰੂ ਹੁੰਦੀ ਹੈ ਜਦੋਂ ਪੇਸ਼ੈਂਟ ਫੁੱਲੀ ਡਾਇਲੇਟਡ ਹੋ ਜਾਂਦੀ ਹੈ ਟਿਲ ਦ ਡਿਲੀਵਰੀ ਆਫ ਬੇਬੀ। ਉਸ ਤੋਂ ਬਾਅਦ ਕਿਹੜੀ ਸਾਡੀ ਥਰਡ ਸਟੇਜ ਸਟਾਰਟ ਹੁੰਦੀ ਹੈ। ਥਰਡ ਸਟੇਜ ਕਦੋਂ ਸਟਾਰਟ ਹੁੰਦੀ ਹੈ? ਆਫਟਰ ਡਿਲੀਵਰੀ ਆਫ ਬੇਬੀ ਟਿਲ ਦ ਪਲਸੈਂਟਲ ਡਿਲੀਵਰੀ। ਸੋ ਇਸ ਨੂੰ ਪਲਸੈਂਟਲ ਸਟੇਜ ਵੀ ਆਪਾਂ ਬੋਲਦੇ ਹਾਂ। ਨੈਕਸਟ ਜਿਹੜੀ ਫੋਰਥ ਸਟੇਜ ਹੈ ਉਹ 2 ਆਵਰਸ ਆਫਟਰ ਦ ਡਿਲੀਵਰੀ। ਠੀਕ ਹੈ, 4 ਸਟੇजेस ਹੁੰਦੀਆਂ ਨੇ। ਜੋ ਫਰਸਟ ਸਟੇਜ ਹੈ ਉਸ ਵਿੱਚ 3 ਫੇਸਿਸ ਹੁੰਦੇ ਨੇ। 3 ਫੇਸਿਸ ਕਿਹੜੇ ਕਿਹੜੇ ਹੁੰਦੇ ਆ? ਲੇਟੈਂਟ, ਐਕਟਿਵ ਐਂਡ ਟ੍ਰਾਂਜੀਸ਼ਨ। ਸੋ ਲੇਟੈਂਟ ਫੇਸ ਵਿੱਚ ਕੀ ਹੁੰਦਾ ਹੈ ਕਿ 1 to 3 ਸੈਂਟੀਮੀਟਰ ਸਰਵਿਕਸ ਡਾਇਲੇਟ ਹੁੰਦਾ ਹੈ। ਤੇ ਨੈਕਸਟ ਕੀ ਹੈ? ਐਕਟਿਵ ਫੇਸ। ਐਕਟਿਵ ਵਿੱਚ ਕੀ ਹੁੰਦਾ ਹੈ ਕਿ 4 to 7 ਸੈਂਟੀਮੀਟਰ ਡਾਇਲੇਟਡ ਹੁੰਦਾ ਹੈ। ਤੇ ਨੈਕਸਟ ਕੀ ਹੈ? ਟ੍ਰਾਂਜੀਸ਼ਨ। ਟ੍ਰਾਂਜੀਸ਼ਨ ਵਿੱਚ ਕੀ ਹੁੰਦਾ ਹੈ ਕਿ 7 to 10 ਸੈਂਟੀਮੀਟਰ। ਸੋ ਜਿਹੜਾ ਟ੍ਰਾਂਜੀਸ਼ਨ ਫੇਜ਼ ਹੁੰਦਾ ਹੈ ਉਸ ਚ ਪੇਸ਼ੈਂਟ ਨੂੰ ਬਹੁਤ ਸਟਰੋਂਗ ਕੰਟਰੈਕਸ਼ਨ ਹੁੰਦੀ ਹੈ ਤੇ ਡਿਲੀਵਰੀ ਹੋਣ ਵਾਲੀ ਹੁੰਦੀ ਹੈ। ਸੋ ਕੁਐਸਚਨ ਵਿੱਚ ਸਾਨੂੰ ਕੀ ਇਨਫੋਰਮੇਸ਼ਨ ਦਿੱਤੀ ਹੈ ਕਿ ਪੇਸ਼ੈਂਟ 6 ਸੈਂਟੀਮੀਟਰ ਡਾਇਲੇਟਡ ਹੈ। ਸੋ 6 ਸੈਂਟੀਮੀਟਰ ਡਾਇਲੇਟਡ मतलब कि पेशेंट एक्टिव फेज विच है, क्योंकि एक्टिव फेज विच 4 to 7 सेंटीमीटर डायलेशन होती है। तो पेशेंट एक्टिव फेज विच है ते जो स्टेज है वो की है? फर्स्ट स्टेज ऑफ लेबर। तो साडा राइट आंसर की बनेगा? फर्स्ट स्टेज ते एक्टिव फेज। तो ये सानू ऑप्शन बी विच दिता होया है। ऑप्शन बी इज द राइट आंसर। ते बाकी जेडी ऑप्शन है जिवें कि ऑप्शन ए एंड डी, फर्स्ट फेज लेटेंट स्टेज, फर्स्ट फेज एक्टिव स्टेज। सो फर्स्ट फेज नहीं हुंदा, फर्स्ट स्टेज हुंदी है। ठीक है, ये दोनों ऑप्शन रॉन्ग हो गई। नेक्स्ट जेडी सी ऑप्शन ਸੀਗੀ ਫਰਸਟ ਸਟੇਜ ਐਂਡ ਟ੍ਰਾਂਜੀਸ਼ਨ ਫੇਜ਼, ਬਟ ਸਾਡੇ ਕੋਲ ਇਨਫੋਰਮੇਸ਼ਨ ਕੀ ਦਿੱਤੀ ਗਈ ਹੈ ਕਿ 6 ਸੈਂਟੀਮੀਟਰ ਡਾਇਲੇਟਡ ਆ ਫਰਸਟ ਸਟੇਜ ਤੇ ਐਕਟਿਵ ਫੇਜ਼ ਹੋਇਆ। ਠੀਕ ਹੈ, ਟ੍ਰਾਂਜੀਸ਼ਨ ਚ ਤਾਂ 7 to 10 ਸੈਂਟੀਮੀਟਰ ਡਾਇਲੇਸ਼ਨ ਹੁੰਦੀ ਹੈ। ਤਾਂ ਰਾਈਟ ਆਪਸ਼ਨ ਇਜ਼ ਆਪਸ਼ਨ ਬੀ। ਸੋ ਇਹ ਸੀ ਅੱਜ ਦੇ ਕੁਐਸਚਨ। ਆਈ ਹੋਪ ਤੁਹਾਨੂੰ ਸਾਰਾ ਪੇਪਰ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਮਿਲਦੇ ਹਾਂ ਇਸੇ ਤਰ੍ਹਾਂ ਦੀ ਮੋਸਟ ਇੰਫੋਰਮੇਟਿਵ ਵੀਡੀਓ ਦੇ ਨਾਲ। ਤੇ ਨੈਕਸਟ ਜੋ ਅਸੀਂ ਪਾਰਟ ਡਿਸਕਸ ਕਰਾਂਗੇ ਉਸ ਵਿੱਚ ਆਪਾਂ ਬਾਬਾ ਫਰੀਦ ਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਤੇ ਨੋਟ ਸੈਟ ਦੇ ਰਿਲੇਟਡ ਕੁਐਸਚਨ ਵੀ ਡਿਸਕਸ ਕਰਾਂਗੇ। ਸੋ ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।